Welcome students. Today we will try to solve sheet number 14. My first 100 days in school with mathematics for class 8th. Here in this activity part, question for the day 49 is sum of the measures of exterior angles of a polygon is 360 degree. Find the value of x in the adjoining figure. Adjoining ਮੀਨਸ ਨਾਲ ਲੱਗਦਾ ਹੋਇਆ ਜਿਹੜਾ ਨਾਲ ਦਿੱਤਾ ਹੋਇਆ ਫਿਗਰ ਹੈ ਬੇਟਾ ਹੁਣ ਤੁਹਾਨੂੰ ਪਤਾ ਹੈ ਕਿ ਕੋਈ ਵੀ ਪੋਲੀਗਨ ਉਹਦੇ ਇੰਟੀਰੀਅਰ ਐਂਗਲਸ ਦਾ ਸਮ ਵੇਰੀ ਕਰਦਾ ਹੈ ਉਹਦੀ ਸਾਈਡਸ ਦੇ ਅਕੋਰਡਿੰਗਲੀ ਜਿਵੇਂ ਜਿਵੇਂ ਸਾਈਡਸ ਇਨਕਰੀਜ਼ ਕਰਦੀਆਂ ਨੇ ਉੱਦਾਂ ਇੰਟੀਰੀਅਰ ਐਂਗਲਸ ਦਾ ਸਮ ਵੀ ਇਨਕਰੀਜ਼ ਕਰਦਾ ਜਾਂਦਾ ਹੈ ਡਿਫਰੈਂਟ ਪੋਲੀਗਨਸ ਦੇ ਵਿੱਚ ਇੰਟੀਰੀਅਰ ਐਂਗਲਸ ਦਾ ਸਮ ਡਿਫਰੈਂਟ ਹੁੰਦਾ ਹੈ ਅਤੇ ਬੱਚੇ ਐਕਸਟੀਰੀਅਰ ਐਂਗਲਸ ਦਾ ਸਮ ਹਰੇਕ ਪੋਲੀਗਨ ਦੇ ਵਿੱਚ ਸੇਮ ਰਹਿੰਦਾ ਹੈ ਅਤੇ ਉਹਦਾ ਮੇਜਰਮੈਂਟ 360 ਡਿਗਰੀ ਹੁੰਦਾ ਹੈ ਬੇਟਾ ਹੁਣ ਇਹ ਜਿਹੜਾ ਪੋਲੀਗਨ ਹੈ ਇਹ ਕਿਸ ਤਰ੍ਹਾਂ ਦਾ ਪੋਲੀਗਨ ਹੈ ਇਹਨੂੰ ਕੀ ਬੋਲਾਂਗੇ ਅਸੀਂ ਬੱਚੇ ਇਹਦੇ ਵਿੱਚ ਨੰਬਰ ਆਫ ਸਾਈਡਸ ਕਾਊਂਟ ਕਰੀਏ ਅਤੇ ਬੇਟਾ ਇਹਦੇ ਵਿੱਚ ਸਾਈਡਸ ਹੈਗੀਆਂ ਨੇ 1 2 3 4 5 ਇਟ ਇਜ਼ ਪੈਂਟਾਗਨ 5 ਸਾਈਡਡ ਕਲੋਜ਼ ਫਿਗਰ ਇਹਦੇ ਵਿੱਚ ਬੇਟਾ ਐਕਸਟੀਰੀਅਰ ਐਂਗਲਸ ਜਿਹੜੇ ਦਿੱਤੇ ਹੋਏ ਨੇ ਦੇਖੋ ਇੱਕ ਹੈਗਾ 70 ਡਿਗਰੀ ਇਹ ਵਾਲਾ ਇੱਕ ਬੇਟਾ ਇਹ ਜਿਹੜਾ ਸਿੰਬਲ ਹੁੰਦਾ ਹੈ ਦਿਸ ਸਿੰਬਲ ਇਜ਼ ਮੈਂਟ ਫੋਰ 90 ਡਿਗਰੀ ਦਿਸ ਸਿੰਬਲ ਇਜ਼ ਮੈਂਟ ਫੋਰ 90 ਡਿਗਰੀ ਤਾਂ ਇੱਕ ਬੇਟਾ 90 ਡਿਗਰੀ ਦਾ ਐਂਗਲ ਹੋ ਗਿਆ ਦੇਖੋ ਬਾਹਰ ਨੂੰ ਬਣਿਆ ਹੋਇਆ ਬੱਚੇ ਇਹ ਵਾਲਾ ਐਂਗਲ ਬਾਹਰ ਨੂੰ ਹੈ ਅੰਦਰ ਨਹੀਂ ਹੈ ਅੰਦਰਲਾ ਰੀਜਨ ਬੇਟਾ ਇਹ ਵਾਲਾ ਹੁੰਦਾ ਅੰਦਰਲਾ ਰੀਜਨ ਠੀਕ ਹੈ ਅੰਦਰ ਨਹੀਂ ਹੈ ਬੇਟਾ ਇਹ ਐਂਗਲ ਨੈਕਸਟ ਦੇਖੋ ਬੱਚੇ ਇਹ 60 ਡਿਗਰੀ ਦਾ ਐਂਗਲ ਸ਼ੋ ਹੋ ਰਿਹਾ ਇੱਕ ਵਿੱਚ ਐਕਸਟੀਰੀਅਰ ਦਿਸ ਵਨ ਅਤੇ ਉਸ ਤੋਂ ਬਾਅਦ ਬੱਚੇ ਦੇਖੋ ਇਸ ਕੇਸ ਦੇ ਵਿੱਚ ਦੇਖੋ ਇੰਟੀਰੀਅਰ ਐਂਗਲ 90 ਡਿਗਰੀ ਦਿੱਤਾ ਹੈ ਤਾਂ ਤੁਹਾਨੂੰ ਬੱਚੇ ਪਤਾ ਹੈ ਕਿ ਇੱਕ ਲਾਈਨ ਬਣ ਰਹੀ ਹੈ ਲਾਈਨ ਦੇ ਵਿੱਚ ਇਹ ਰੇ ਪੇਅਰ ਬਣਾ ਰਹੀ ਹੈ ਅਤੇ ਲੀਨੀਅਰ ਪੇਅਰ ਬਣ ਰਿਹਾ ਅਤੇ ਦੋਨੇ ਪਾਸੇ ਦੇਖੋ ਇੱਧਰ ਵੀ 90 ਹੈ ਅਤੇ ਇੱਧਰ ਵੀ ਕਿੰਨਾ ਹੋਏਗਾ ਬੱਚੇ 90 ਡਿਗਰੀ ਮਤਲਬ ਇਸ ਸਾਈਡ ਦਾ ਐਂਗਲ ਵੀ 90 ਡਿਗਰੀ ਦਾ ਹੋ ਜਾਏਗਾ ਅਤੇ ਬੇਟਾ ਇਹਦੇ ਨਾਲ ਪਤਾ ਚੱਲ ਗਿਆ ਨਾ ਤੁਹਾਨੂੰ ਇਹਦਾ ਕਿ ਐਕਸਟੀਰੀਅਰ ਐਂਗਲ 90 ਡਿਗਰੀ ਦਾ ਹੋਏਗਾ ਠੀਕ ਹੈ ਬੇਟਾ ਜੇ ਇਹ 90 ਹੈ ਤਾਂ ਇੱਧਰ ਵੀ 90 ਹੋਏਗਾ ਮਤਲਬ ਇਹਦਾ ਫੋਰਥ ਐਂਗਲ ਇੱਧਰ 90 ਹੋ ਗਿਆ ਅਤੇ ਅਸੀਂ ਐਕਸ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਅਤੇ ਤੁਹਾਨੂੰ ਪਤਾ ਸਾਰੇ ਐਂਗਲਸ ਦਾ ਸਮ ਐਕਸਟੀਰੀਅਰ ਐਂਗਲਸ ਦਾ ਸਮ 360 ਡਿਗਰੀ ਹੁੰਦਾ ਕਿਸੇ ਵੀ ਪੋਲੀਗਨ ਦੇ ਵਿੱਚ ਅਤੇ ਬੱਚੇ ਹੁਣ ਜਦੋਂ ਅਸੀਂ 70 90 60 ਅਤੇ 90 ਨੂੰ ਐਡ ਕਰਾਂਗੇ ਅਤੇ ਦੇਖੋ ਕਿੰਨਾ ਬਣ ਜਾਏਗਾ 7 10s 9 10s 6 10s 9 10s ਅਤੇ ਬੱਚੇ ਦੇਖੋ ਕਿੰਨਾ ਬਣ ਗਿਆ 9 7 16 16 7 9 7 16 16 6 22 22 ਅਤੇ 9 31 ਮਤਲਬ 310 31 10s ਬਣ ਗਏ ਠੀਕ ਹੈ ਜੇ ਤੁਹਾਨੂੰ ਇੱਦਾਂ ਨਹੀਂ ਆਉਂਦਾ ਪਤਾ ਚੱਲਦਾ ਤੁਸੀਂ ਟਰਡੀਸ਼ਨਲ ਵੇ ਦੇ ਨਾਲ ਐਡ ਕਰ ਸਕਦੇ ਹੋ ਟਰਡੀਸ਼ਨਲ ਵੇ ਦੇ ਨਾਲ ਮਤਲਬ ਇਸ ਤਰ੍ਹਾਂ 70 ਪਲੱਸ 90 ਪਲੱਸ 60 ਪਲੱਸ 90 ਮੈਂ ਬੱਚੇ ਕਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਦਹਾਈਆਂ ਐਡ ਕਰ ਲਈਆਂ 7 ਦਹਾਈਆਂ 9 ਦਹਾਈਆਂ 6 ਦਹਾਈਆਂ 9 ਦਹਾਈਆਂ ਇਹਨਾਂ ਨੂੰ ਐਡ ਕਰ ਲਿਆ ਅਤੇ ਆਪਣੇ ਕੋਲ 31 ਦਹਾਈਆਂ ਬਣੀਆਂ ਸੀ ਮਤਲਬ 31 10 ਬਣੀ ਸੀਗੀ ਠੀਕ ਹੈ ਬੱਚੇ ਇਜ਼ ਦਿਸ ਕਲੀਅਰ ਟੂ ਆਲ ਆਫ ਯੂ ਨਾਓ ਬੇਟਾ ਦੇਖੋ ਇਹ ਸਾਰੇ ਐਕਸਟੀਰੀਅਰ ਐਂਗਲ ਦਾ ਸਮ ਆਪਣੇ ਕੋਲ ਆ ਗਿਆ 310 ਐਕਸ ਦੀ ਵੈਲਿਊ ਪਲੱਸ ਐਕਸ 310 ਪਲੱਸ ਐਕਸ ਅਤੇ ਐਕਸ ਦੀ ਵੈਲਿਊ ਅਸੀਂ ਫਾਈਂਡ ਆਊਟ ਕਰਾਂਗੇ 360 ਮਾਈਨਸ 310 ਕਿੰਨਾ ਆ ਜਾਏਗਾ ਬੱਚੇ ਐਕਸ 50 ਡਿਗਰੀ ਦਾ ਇਜ਼ ਇਟ ਕਲੀਅਰ ਟੂ ਯੂ ਬੇਟਾ ਸਮਝ ਆ ਗਿਆ ਨਾ ਚਲੋ ਨੈਕਸਟ ਕਰਦੇ ਹਾਂ ਅਸੀਂ ਕੁਐਸਚਨ ਇਹਦੇ ਵਿੱਚ ਬੇਟਾ ਡੇ 50 ਦੇ ਲਈ ਕੁਐਸਚਨ ਹੈਗਾ ਵਿਚ ਸਟੇਟਮੈਂਟ ਇਜ਼ ਫਾਲਸ ਰਿਗਾਰਡਿੰਗ ਪੈਰਲਲੋਗ੍ਰਾਮ ਬੇਟਾ ਇੱਥੇ ਇਜ਼ ਆਏਗਾ ਇਹ ਇੱਧਰ ਇਜ਼ ਆਏਗਾ ਬੇਟਾ ਇਜ਼ ਕਰ ਲੈਣਾ ਅਤੇ ਬੇਟਾ ਨੈਕਸਟ ਹੈ ਦੇਖੋ ਆਪੋਜ਼ਿਟ ਸਾਈਡਸ ਆਰ ਪੈਰਲਲ ਮੈਂ ਤੁਹਾਨੂੰ ਦੱਸਿਆ ਸੀ ਪੈਰਲੋਗ੍ਰਾਮ ਦੀ ਪ੍ਰੋਪਰਟੀਜ਼ ਦੇ ਵਿੱਚ ਆਪੋਜ਼ਿਟ ਸਾਈਡਸ ਆਰ ਪੈਰਲਲ ਇੱਥੇ ਬੇਟਾ ਆਪੋਜ਼ਿਟ ਸਾਈਡਸ ਹੈਗੀਆਂ ਨੇ ਦੇਖੋ ਬੇਟਾ ਇਹ ਪੈਰਲਲ ਹੈ ਇਹ ਆਪੋਜ਼ਿਟ ਨੇ ਇੱਕ ਪੇਅਰ ਇਹ ਵਾਲਾ ਹੋ ਗਿਆ ਦੇਖੋ ਐਰੋ ਬਣੇ ਹੋਏ ਨੇ ਇੱਧਰ ਪੈਰਲਲ ਸ਼ੋ ਕਰਨ ਦੇ ਲਈ ਅਤੇ ਇੱਕ ਬੱਚੇ ਇੱਧਰ ਨੂੰ ਹੈ ਇਹ ਵੀ ਮਤਲਬ ਆਪੋਜ਼ਿਟ ਸਾਈਡਸ ਜਿੰਨੇ ਪੈਰਲੋਗ੍ਰਾਮ ਆਰ ਪੈਰਲਲ ਇਜ਼ ਦਿਸ ਕਲੀਅਰ ਟੂ ਯੂ ਬੇਟਾ ਨੈਕਸਟ ਬੱਚੇ ਹੈਗਾ ਆਪਣੇ ਕੋਲ ਇਹਦੇ 'ਚ ਆਪੋਜ਼ਿਟ ਸਾਈਡਸ ਆਰ ਇਕੁਅਲ ਇਹ ਵੀ ਟਰੂ ਹੈ ਬੇਟਾ ਪੈਰਲੋਗ੍ਰਾਮ ਦੇ ਵਿੱਚ ਆਪੋਜ਼ਿਟ ਸਾਈਡਸ ਆਰ ਪੈਰਲਲ ਐਂਡ ਇਕੁਅਲ ਅਸੀਂ ਪੜ੍ਹਿਆ ਹੋਇਆ
ਨੈਕਸਟ ਬੇਟਾ ਡਾਇਗਨਲਸ ਆਰ ਇਕੁਅਲ, ਤੇ ਬੱਚੇ ਪੈਰਲੋਗ੍ਰਾਮ ਦੇ ਵਿੱਚ ਡਾਇਗਨਲਸ ਇਕੁਅਲ ਨਹੀਂ ਹੁੰਦੇ। ਡਾਇਗਨਲਸ ਬਾਈਸੈਕਟ ਈਚ ਅਦਰ, ਬਾਈਸੈਕਟ ਈਚ ਅਦਰ ਮਤਲਬ ਇਹ ਵਾਲਾ ਪੋਰਸ਼ਨ ਇਹਦੇ ਵਿੱਚ ਇਹਦੇ ਬਰਾਬਰ ਹੋਏਗਾ ਅਤੇ ਇਹ ਵਾਲਾ ਪੋਰਸ਼ਨ ਇਹਦੇ ਬਰਾਬਰ ਹੋਏਗਾ। ਡਾਇਗਨਲਸ ਬਾਈਸੈਕਟ ਈਚ ਅਦਰ ਹੁੰਦਾ ਬੇਟਾ। ਡਾਇਗਨਲਸ ਇਕੁਅਲ ਨਹੀਂ ਹੁੰਦੇ, ਡਾਇਗਨਲਸ ਰੈਕਟੈਂਗਲ ਦੇ ਵਿੱਚ ਇਕੁਅਲ ਹੁੰਦੇ ਨੇ। ਕਲੀਅਰ ਆ ਬੱਚੇ, ਸਾਰਿਆਂ ਨੂੰ ਕਲੀਅਰ ਹੋ ਗਿਆ ਨਾ ਬੱਚੇ। ਦੇਖੋ ਨੈਕਸਟ ਇਹਦੇ ਵਿੱਚ ਡੇ 51 ਦੇ ਲਈ ਕੁਐਸਚਨ ਕੀ ਹੈ, ਆਪੋਜ਼ਿਟ ਐਂਗਲ ਇਨ ਏ ਪੈਰਲੋਗ੍ਰਾਮ ਆਰ ਇਕੁਅਲ। ਇਹਨੇ ਪ੍ਰੋਪਰਟੀ ਦੱਸਤੀ, ਦੇਖੋ ਬੇਟਾ ਇਹਨੇ ਰੈੱਡ ਐਲਫਾਬੈਟਸ ਦੇ ਵਿੱਚ ਲਿਖਿਆ ਹੋਇਆ ਆਪੋਜ਼ਿਟ ਐਂਗਲਸ ਇਨ ਏ ਪੈਰਲੋਗ੍ਰਾਮ ਆਰ ਇਕੁਅਲ। ਕਿਸੇ ਪੈਰਲੋਗ੍ਰਾਮ ਦੇ ਵਿੱਚ ਆਮਣੇ ਸਾਹਮਣੇ ਵਾਲੇ ਐਂਗਲ ਬਰਾਬਰ ਹੁੰਦੇ ਨੇ। ਫਾਈਂਡ ਦ ਵੈਲਿਊ ਆਫ ਐਕਸ ਵਾਈ ਐਂਡ ਜ਼ੈਡ। ਅਸੀਂ ਇਹਦੇ ਵਿੱਚ ਐਕਸ ਵਾਈ ਅਤੇ ਜ਼ੈਡ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਚਲੋ ਬੇਟਾ ਟਰਾਈ ਕਰੀਏ। ਇਹਨੇ ਦੇਖੋ ਦਿੱਤਾ ਹੋਇਆ ਸਾਨੂੰ ਮੈਂਸ਼ਨ ਕਰਤਾ, ਹਿੰਟ ਦੇਤੀ ਇਹਨੇ ਕਿ ਆਪੋਜ਼ਿਟ ਐਂਗਲਸ ਇਨ ਏ ਪੈਰਲੋਗ੍ਰਾਮ ਆਰ ਇਕੁਅਲ। ਦੇਖੋ ਬੇਟਾ ਇਹ 100 ਡਿਗਰੀ ਹੈ ਅਤੇ ਇਹਦੇ ਸਾਹਮਣੇ ਕਿਹੜਾ ਐਂਗਲ ਹੈ, ਦੇਖੋ ਬੇਟਾ ਇੱਧਰ, ਇਹ ਬੇਟਾ ਬਿਲਕੁਲ ਇੱਧਰ ਸਾਹਮਣੇ ਵਾਈ, ਮਤਲਬ ਐਂਗਲ ਵਾਈ ਇਜ਼ ਇਕੁਅਲ ਟੂ 100। ਇਹ ਕਿਹੜੀ ਪ੍ਰੋਪਰਟੀ ਦੇ ਨਾਲ ਆ ਗਿਆ, ਆਪੋਜ਼ਿਟ ਐਂਗਲਸ ਇਨ ਏ ਪੈਰਲੋਗ੍ਰਾਮ ਆਰ ਇਕੁਅਲ। ਇਜ਼ ਦਿਸ ਕਲੀਅਰ ਬੇਟਾ। ਨੈਕਸਟ ਬੱਚੇ ਦੇਖੋ ਇਹਦੇ ਵਿੱਚ ਹੀ ਹੁਣ ਇਹ ਬੱਚੇ 100 ਆ ਗਿਆ ਇੱਧਰ, ਅਤੇ ਇਸ ਤੋਂ ਬਾਅਦ ਅਸੀਂ ਇਹ ਵਾਲੇ ਐਂਗਲ ਵੀ ਪਤਾ ਕਰਨੇ ਨੇ ਦੋਨੇ, ਇਹ ਵੀ ਦੋਨੋਂ ਆਪਸ 'ਚ ਬਰਾਬਰ ਨੇ ਬੇਟਾ ਇਕੁਅਲ ਨੇ ਇਹ ਵੀ, ਠੀਕ ਹੈ। ਅਤੇ ਇਹਦੇ ਵਿੱਚ ਹੁਣ ਆਪਾਂ ਨੂੰ ਦੇਖੋ ਇਹ ਜਿਹੜੇ ਐਂਗਲ ਬਣ ਰਹੇ ਨੇ ਇਹ ਕਿਵੇਂ ਦੇ ਐਂਗਲ ਹੁੰਦੇ ਨੇ, ਸੀ ਟਾਈਪ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ। ਅਤੇ ਇਹਨਾਂ ਨੂੰ ਅਸੀਂ ਐਡਜਸੈਂਟ ਐਂਗਲ ਵੀ ਬੋਲਦੇ। ਦੇਖੋ ਇਹ ਵਾਲੇ ਐਂਗਲ ਨੂੰ ਕੀ ਬੋਲਦੇ ਹਾਂ, ਐਡਜਸੈਂਟ ਐਂਗਲਸ। ਅਤੇ ਤੁਹਾਨੂੰ ਪਤਾ ਪੈਰਲੋਗ੍ਰਾਮ ਦੇ ਵਿੱਚ ਐਡਜਸੈਂਟ ਐਂਗਲਸ ਦਾ ਸਮ ਕਿੰਨਾ ਹੁੰਦਾ, ਹਮੇਸ਼ਾ 180 ਡਿਗਰੀ ਹੁੰਦਾ। ਠੀਕ ਹੈ ਬੱਚੇ, 180 ਡਿਗਰੀ ਮਤਲਬ ਐਕਸ ਪਲੱਸ 100 ਕਿੰਨਾ ਆ ਜਾਏਗਾ, 180 ਡਿਗਰੀ। ਅਤੇ ਬੇਟਾ ਇਹਦੇ ਨਾਲ ਹੀ ਦੇਖੋ ਤੁਹਾਡਾ ਐਕਸ ਦੀ ਵੈਲਿਊ ਕਿੰਨੀ ਆ ਜਾਏਗੀ, 180 ਮਾਈਨਸ 100 ਕਿੰਨਾ ਆ ਗਿਆ ਬੱਚੇ, ਐਕਸ 80 ਡਿਗਰੀ ਦਾ। ਠੀਕ ਹੈ, ਇੱਥੇ ਦੇਖੋ ਬੇਟਾ ਕਲੀਅਰ ਹੋ ਗਿਆ ਨਾ ਸਭ ਨੂੰ ਬੱਚੇ। ਹੁਣ ਇਹ ਦੇਖੋ 80 ਡਿਗਰੀ ਦਾ, ਇਹਨੂੰ ਅਸੀਂ ਇਰੇਜ਼ ਕਰ ਦਿੰਦੇ ਹਾਂ। ਤੁਹਾਨੂੰ ਦੱਸਦੀ ਹਾਂ ਮੈਂ, ਦੇਖੋ ਬੇਟਾ ਇਹ ਵਾਲਾ ਐਂਗਲ ਆ ਗਿਆ 80 ਡਿਗਰੀ ਦਾ ਐਡਜਸੈਂਟ ਐਂਗਲਸ ਦੀ ਪ੍ਰੋਪਰਟੀ ਦੇ ਨਾਲ। ਅਤੇ ਬੱਚੇ ਹੁਣ ਮੈਂ ਤੁਹਾਨੂੰ ਕੀ ਦੱਸ ਕੇ ਹਟੀ ਸੀ ਪਹਿਲਾਂ, ਇਹਦੀ ਪ੍ਰੋਪਰਟੀ ਇਹਨੇ ਮੈਂਸ਼ਨ ਕੀਤੀ ਕਿ ਆਪੋਜ਼ਿਟ ਐਂਗਲਸ ਨੇ ਪੈਰਲੋਗ੍ਰਾਮ 'ਚ 80 ਡਿਗਰੀ ਹੈ ਤਾਂ ਇਹ ਵੀ 80 ਡਿਗਰੀ ਦਾ ਐਂਗਲ ਆ ਜਾਏਗਾ। ਕਲੀਅਰ ਹੈ ਬੱਚੇ, ਮਤਲਬ ਇਹਦੇ ਵਿੱਚ ਹੁਣ ਕੀ ਹੋਇਆ ਪੈਰਲੋਗ੍ਰਾਮ ਦੇ ਵਿੱਚ, ਦਿਸ ਇਜ਼ 100, ਠੀਕ ਹੈ ਇਹਦੇ ਸਾਹਮਣੇ, ਅਤੇ ਇੱਧਰ ਬੇਟਾ 80। ਦੇਖੋ ਬੇਟਾ ਇਹਦੇ ਵਿੱਚ ਇਹ ਹੈਗਾ 80, ਇਹ 80 ਆਇਆ ਸੀ ਆਪਣੇ ਕੋਲ, ਅਤੇ ਇੱਥੇ ਵੀ ਕਿੰਨਾ ਆ ਜਾਏਗਾ 80। ਆਪੋਜ਼ਿਟ ਐਂਗਲਸ ਇਨ ਏ ਪੈਰਲੋਗ੍ਰਾਮ ਆਰ ਇਕੁਅਲ। ਕਲੀਅਰ ਹੈ ਬੱਚੇ ਸਭ ਨੂੰ। ਨੈਕਸਟ ਬੱਚੇ ਅਸੀਂ ਕੁਐਸਚਨ ਕਰਦੇ ਹਾਂ ਹੁਣ, ਇਹ ਵਾਲਾ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਆਪੋਜ਼ਿਟ ਐਂਗਲਸ ਨੇ ਪੈਰਲੋਗ੍ਰਾਮ ਆਰ ਇਕੁਅਲ, ਇਹ ਪ੍ਰੋਪਰਟੀ ਯੂਜ਼ ਕਰਕੇ ਫਾਈਂਡ ਦ ਮੇਜਰ ਆਫ ਐਕਸ ਐਂਡ ਵਾਈ ਇਨ ਦ ਐਡਜੋਇਨਿੰਗ ਫਿਗਰ। ਬੇਟਾ ਡੇ 52 ਦੇ ਵਿੱਚ ਜਿਹੜਾ ਕੁਐਸਚਨ ਹੈ ਕਹਿ ਰਿਹਾ ਹੈ ਕਿ ਫਾਈਂਡ ਦ ਵੈਲਿਊ ਆਫ ਐਕਸ ਐਂਡ ਵਾਈ ਇਨ ਦ ਐਡਜੋਇਨਿੰਗ ਫਿਗਰ। ਐਡਜੋਇਨਿੰਗ ਵਾਲਾ ਨਾਲ ਲੱਗਦੇ ਫਿਗਰ ਦੇ ਵਿੱਚ ਐਕਸ ਅਤੇ ਵਾਈ ਦੀ ਵੈਲਿਊ ਫਾਈਂਡ ਆਊਟ ਕਰੋ। ਬੱਚੇ ਇਹਦੇ ਵਿੱਚ ਅਸੀਂ ਚੈਪਟਰ 2 ਲੀਨੀਅਰ ਇਕੁਏਸ਼ਨਸ ਇਨ 1 ਵੇਰੀਏਬਲ, ਉਹ ਵੀ ਸਾਡਾ ਯੂਜ਼ ਹੋਏਗਾ। ਇਕੁਏਸ਼ਨਸ ਦੇਖੋ ਤੁਹਾਨੂੰ ਪਤਾ ਬੱਚੇ ਅਸੀਂ ਪੜ੍ਹ ਕੇ ਹਟੇ ਕਿ ਆਪੋਜ਼ਿਟ ਸਾਈਡਸ ਆਫ ਪੈਰਲੋਗ੍ਰਾਮ ਆਰ ਇਕੁਅਲ ਐਂਡ ਪੈਰਲਲ, ਮਤਲਬ ਇਹ ਵਾਲੀ ਸਾਈਡ ਇਹਦੀ ਇਕੁਅਲ ਹੋਏਗੀ ਅਤੇ ਬੱਚੇ ਇਹ ਵਾਲੀ ਸਾਈਡ ਇਹਦੀ ਇਕੁਅਲ ਹੋਏਗੀ। ਠੀਕ ਹੈ ਬੱਚੇ, ਅਤੇ ਹੁਣ ਮੈਂ ਇਹ ਜਿਹੜੇ ਸਿੰਬਲਸ ਮੈਂ ਪਾਏ ਸੀ ਇਹਨਾਂ ਨੂੰ ਡਿਲੀਟ ਕਰਦੀ ਹਾਂ। ਪਹਿਲਾਂ ਤੁਹਾਨੂੰ ਮੈਂ ਦੇਖੋ ਬੇਟਾ ਆਪੋਜ਼ਿਟ ਸਾਈਡਸ ਨੇ ਪੈਰਲੋਗ੍ਰਾਮ ਆਰ ਇਕੁਅਲ, ਇਹਦਾ ਮਤਲਬ ਜਿਹੜਾ ਜੀ ਯੂ ਹੈ ਇਹ ਵਾਲੇ ਫਿਗਰ ਦੇ ਵਿੱਚ, ਬੱਚੇ ਇਹ ਵਾਲੇ ਫਿਗਰ ਦੇ ਵਿੱਚ ਦੇਖੋ ਜੀ ਯੂ ਕਿਹੜੀ ਹੈ ਬੇਟਾ ਸਾਈਡ ਇਹ ਵਾਲੀ, ਜੀ ਯੂ ਇਜ਼ ਇਕੁਅਲ ਟੂ ਐਸ ਐਨ। ਜੀ ਯੂ ਹੈਗੀ ਹੈ 3y ਮਾਈਨਸ 1, ਐਸ ਐਨ ਕਿੰਨਾ ਬੱਚੇ 26। ਅਤੇ ਬੇਟਾ ਦੇਖੋ ਲੀਨੀਅਰ ਇਕੁਏਸ਼ਨਸ ਇਨ 1 ਵੇਰੀਏਬਲ, ਚੈਪਟਰ 2 ਦਾ ਕੁਐਸਚਨ ਵਰਗਾ ਕੁਐਸਚਨ ਬਣ ਗਿਆ। ਦੇਖੋ ਇਕੁਅਲ ਟੂ ਦਾ ਸਾਈਨ ਹੈ, ਇੱਧਰ ਲੈਫਟ ਹੈਂਡ ਸਾਈਡ ਹੈ, ਅਤੇ ਬੱਚੇ ਇੱਥੇ ਦੇਖੋ ਇਹ ਰਾਈਟ ਹੈਂਡ ਸਾਈਡ ਹੈ। ਰਾਈਟ ਹੈਂਡ ਸਾਈਡ ਮਤਲਬ ਸੱਜਾ ਹੱਥ, ਲੈਫਟ ਹੈਂਡ ਸਾਈਡ ਮਤਲਬ ਖੱਬਾ ਹੱਥ। ਕਲੀਅਰ ਹੈ ਬੇਟਾ। ਹੁਣ ਇਹਨੂੰ ਸੋਲਵ ਕਰਨ ਦਾ ਮੈਥਡ ਮੈਂ ਤੁਹਾਨੂੰ ਦੱਸਦਾ ਸੀ, ਬਰਾਬਰ ਦੇ ਖੱਬੇ ਪਾਸੇ ਆਪਾਂ ਵੇਰੀਏਬਲ ਵਾਈ ਨੂੰ ਇਕੱਲਾ ਕਰ ਦੇਣਾ, ਹੌਲੀ ਹੌਲੀ ਜਿਹੜੀ ਇਹਦੇ ਆਲੇ ਦੁਆਲੇ ਚੀਜ਼ਾਂ ਪਈਆਂ ਨੇ ਉਹਨਾਂ ਸਭ ਨੂੰ ਚੱਕ ਕੇ ਦੂਜੇ ਪਾਸੇ ਲੈ ਜਾਣਾ। ਇਕੁਅਲ ਟੂ ਦਾ ਸਾਈਨ ਇੱਧਰ ਰਾਈਟ ਸਾਈਡ 'ਤੇ 26 ਪਿਆ ਹੋਇਆ, -1 ਨੇ ਆਪਣੀ ਸਾਈਡ ਚੇਂਜ ਕੀਤੀ ਅਤੇ +1 ਬਣ ਗਿਆ, ਅਤੇ 3y ਇਜ਼ ਇਕੁਅਲ ਟੂ 27 ਆ ਗਿਆ। ਅਤੇ ਬੱਚੇ y ਕਿੰਨਾ ਆ ਗਿਆ ਫਿਰ 27/3 9 ਆ ਗਿਆ।
तो बेटा क्लीयर हो गया तुहानूं। वाई की वैल्यू इत्थे कितनी आ गई, वाई की वैल्यू बच्चे 9 आ गई। हुण मैं तुहानूं बेटा ये एक्स की वैल्यू कढ़ के दिखाने हैं, उही वाली प्रॉपर्टी ऑपोजिट साइड्स इन्ने पैरेललोग्राम आर इक्वल। देखो बच्चे ए वाली साइड ये इक्वल होएगी, मतलब जी एस विल बी इक्वल टू एन यू। बेटा हुण देखो जी एस की वैल्यू 3x है, ध्यान नाल देखो फिगर देख लो, वीडियो पॉज करके देख लेना चाहे। 3x इज इक्वल टू 18 एक्स। देखो हुण एक्स की वैल्यू फाइंड आउट करनी, एक्स नाल जिहड़ा भी लग्गिया उन्होंने हौली हौली करके दूजे पासे लै जाओ, एक्स नूं कल्ला रखना आपां। ते बेटा अलजैबरा दे विच मैं तुहानूं दस्सिया सी जिवें 3x लिखिया विच कोई निशान नहीं, इहदा मतलब दोनों नूं आपस दे विच मल्टीप्लाई किया होया है। मल्टीप्लाई दा सिंबल एक्स दे नाल कन्फ्यूजन क्रिएट करता, इसलिए मल्टीप्लीकेशन लिए असीं अलजैबरा दे विच सिंबल नहीं पाउंदे। ते बेटा हुण मल्टीप्लाई दा ऑपोजिट की हुंदा है, डिवीजन। तो जदों इन्हें साइड चेंज करनी है, 3 ने एक्स नूं कल्ला रख देना, आपां एक्स ने कल्ला रहना है, जो इन्हें 3 ने साइड चेंज करनी है, मल्टीप्लाई तो इत्थे आके की हो जाएगा डिवाइड। तो डिवाइड नूं असीं बटियां विच भी लिख दिंदे हैं बेटा, 3 1 जा 3, 3 6 जा 18। एक्स की वैल्यू कितनी आ गई बच्चे, 3 6 जा 18। तो बेटा क्लीयर हो गया तुहानूं, एक्स की वैल्यू भी निकल गई, वाई की वैल्यू भी निकल गई यूजिंग चैप्टर 2 लीनियर इक्वेशनस इन वन वेरीएबल। इक्वेशनस नूं किवें सॉल्व करना उस मैथड दे नाल। ते बच्चे देखो होम असाइनमेंट के क्वेश्चन तुसीं खुद ट्राई करने ने, मैं तुहानूं हिंट दे दिंदी बच्चे किवें करना, नाल थोड़ा थोड़ा दस भी दूँगी, तुसीं खुद करिओ, कापियां दे उत्ते कर लेना सब ने। शीट 14 का सोल्यूशन देखो बच्चे इहदे च की है, फाइंड द नंबर ऑफ साइड्स ऑफ ए रेगुलर पॉलीगन हुज एक्सटीरियर एंगल इज़ 45। देखो बेटा ध्यान नाल स्टेटमेंट देख लो, फाइंड द नंबर ऑफ साइड्स ऑफ रेगुलर पॉलीगन हुज एक्सटीरियर एंगल इज़ 45 डिग्री। तो बेटा मैं तुहानूं पहलां दस के हटी हाँ कि रैगूलर पॉलीगन दे विच एक्सटीरियर एंगल ते नंबर ऑफ साइड्स का की रिलेशन हुंदा है। ये लिए फॉर्मूला सीगा एक्सटीरियर एंगल सिर्फ रैगूलर पॉलीगन दे लिए बेटा, इरेगूलर दे लिए नहीं। थीटा मतलब एंगल, थीटा मतलब एंगल। जिवें बेटा अपने इंग्लिश रोमन दे विच इंग्लिश दे विच अल्फाबैट्स हुंदे ने, हिंदी दे विच अक्षर हुंदे ने, पंजाबी दे विच अखर हुंदे ने, मैथ्स दे विच डिजिट्स हुंदे ने, उदां ही बेटा थीटा किसी होर लैंगुएज जिवें ग्रीक लैंगुएज दे विच एक अल्फाबैट है उन्हां दा थीटा। ठीक है, थीटा नूं असीं एंगल दे लई रिप्रजेंट कर दिंदे हां बेटा। थीटा इज़ इक्वल टू 360 बाय एन। एन की है बेटा, नंबर ऑफ साइड्स। ये क्लीयर है बेटा। हुणे अपने कोल फॉर्मूला बच्चे देखो, इहदे विच ये अपने कोल फॉर्मूला है बेटा, थीटा इज़ इक्वल टू 360 बाय एन। किहदे लई है बेटा फॉर्मूला है, ये हैगा टू रिलेशन बिटवीन एक्सटीरियर एंगल एंड नंबर ऑफ साइड्स। तो बच्चे देखो हुण इहदे विच थीटा दिता है 45 डिग्री का, एक्सटीरियर एंगल 360 ये एक्सटीरियर एंगल्स का सम है, नंबर ऑफ साइड्स मैं पता करनियां ने। मैं की करांगी 45 डिग्री नूं मैं 45 बाय 1 लिख सकते हैं, असीं रैशनल नंबर दे विच पढ़िया होया। देखो तुहानूं मैं दस्सिया मैथ्स विच असीं 5 नूं 5 बाय 1 लिख सकते हैं, 4 नूं 4 बाय 1 लिख सकते हैं। इहदे विच कोई फर्क नहीं हुंदा, 4 ते 4 बाय 1 दे विच, 5 ते 5 बाय 1 दे विच। रैशनल नंबर्स दे विच असीं पढ़िया होया 7th क्लास दे विच भी ते 8th क्लास दे फस्ट चैप्टर दे विच भी पढ़िया सी। ते बेटा हुण इहनूं इंटरचेंज कर दिंदे आ। देखो इनू मैं इंटरचेंज करता या आर पार गुणा कर देंगे, इनू ये गुणा कर दो, इनू ये गुणा कर दो, कर सकते हैं बेटा। क्रॉस मल्टीप्लीकेशन इक्वल टू द साइन है। देखो 45 में जो तुम एन नाल मल्टीप्लाई करोगे 45 एन बन जाएगा, 360 में तुम 1 नाल मल्टीप्लाई करोगे तो 360 बन जाएगा। तो एन कितना आ जाएगा बेटा, 360 1 जार 360, इधर 45। हूँ देखो बेटा 9 के टेबल ना कटिंग कर देंगे, 9 5 जा 45, 9 5 जा 45, 9 के टेबल से कटिंग करेंगे, 9 4 जा 36 होंगे ना, 4 पिछे एक 0। हूँ देखो 5 1 जा 5, 5 8 जा 40, मतलब एन कितना आ गया बच्चे अपने को 8 आ गया। एन की सीगा बच्चे नंबर ऑफ साइड्स। तो नंबर ऑफ साइड्स अपने को इस क्वेश्चन के देखो बेटा नंबर ऑफ साइड्स कितनी आ गया 8। तो 8 साइडिड पॉलीगन नूं असीं की बोलते हैं बच्चे, ऑक्टागन। ऑक्टागन, ऑक्टा मतलब 8। क्लीयर है बेटा सबनों। नैक्सट क्वेश्चन देखो बेटा, ये की बोल रहा कि इन द फॉलोइंग पैरेललोग्राम, फॉलोइंग एडजॉइनिंग पैरेललोग्राम आएगा बेटा इत्थे।
देखो मैं तुम्हें पैरलोग्राम दिखाया नहीं, ये वाला पैरलोग्राम बट इन द एडजॉइनिंग पैरलोग्राम ये कह रहे हैं कि ए बी इज इक्वल टू वट ਬਲੈਂਕ ਪਾਇਆ ਹੈ ਨਾ ਕਿ ਏ ਬੀ ਕਿਹਦੇ ਬਰਾਬਰ ਹੈ ਅਤੇ ਏ ਡੀ ਕਿਹਦੇ ਬਰਾਬਰ ਹੈ। ਅਤੇ ਬੇਟਾ ਮੈਂ ਤੁਹਾਨੂੰ ਦੱਸ ਕੇ ਹਟੀ ਹੈਗੀ ਕਿ ਪੈਰਲੋਗ੍ਰਾਮ ਦੇ ਵਿੱਚ ਆਪੋਜ਼ਿਟ ਸਾਈਡਸ ਆਰ ਇਕੁਅਲ। ਤਾਂ ਬੇਟਾ ਏ ਬੀ ਕਿਹਦੇ ਇਕੁਅਲ ਹੋਏਗਾ, ਦੇਖੋ ਏ ਬੀ ਦੇ ਆਪੋਜ਼ਿਟ ਸੀ ਡੀ, ਮਤਲਬ ਏ ਬੀ ਇਜ਼ ਇਕੁਅਲ ਟੂ ਇੱਥੇ ਡੈਸ਼ ਸੀ ਕੀ ਆਏਗਾ, ਏ ਬੀ ਇਜ਼ ਇਕੁਅਲ ਟੂ ਡੀ ਸੀ। ਅਤੇ ਬੇਟਾ ਹੋਰ ਇਹਨੇ ਪੁੱਛਿਆ ਏ ਡੀ, ਦੇਖੋ ਬੱਚਾ ਇਹਦੇ 'ਚ ਏ ਡੀ, ਏ ਵੈ ਏ ਡੀ ਦੇ ਸਾਹਮਣੇ ਕਿਹੜੀ ਸਾਈਡ ਹੈ, ਬੀ ਸੀ। ਅਤੇ ਪੈਰਲੋਗ੍ਰਾਮ ਦੀ ਤੁਹਾਨੂੰ ਪ੍ਰੋਪਰਟੀ ਮੈਂ ਦੱਸੀ ਸੀ, ਆਪੋਜ਼ਿਟ ਸਾਈਡਸ ਇਨ ਪੈਰਲੋਗ੍ਰਾਮ ਆਰ ਇਕੁਅਲ ਐਂਡ ਪੈਰਲਲ। ਕਲੀਅਰ ਹੈ ਬੱਚੇ ਸਭ ਨੂੰ। ਨੈਕਸਟ ਕੁਐਸਚਨ ਦੇ ਵਿੱਚ ਦੇਖੋ ਕੀ ਦਿੱਤਾ ਹੈ ਇਹਨੇ, ਫਾਈਂਡ ਦਾ ਮੈਜਰ ਆਫ ਐਕਸ ਵਾਈ ਐਂਡ ਜ਼ੈਡ ਇਨ ਦਾ ਐਡਜੋਇਨਿੰਗ ਫਿਗਰ। ਇਹਦੇ ਵਿੱਚ ਐਕਸ ਵਾਈ ਅਤੇ ਜ਼ੈਡ ਦੀ ਵੈਲਿਊਜ਼ ਫਾਈਂਡ ਆਊਟ ਕਰਨੀ ਹੈ ਬੇਟਾ ਪੈਰਲੋਗ੍ਰਾਮ ਦੀਆਂ ਪ੍ਰੋਪਰਟੀਜ਼ ਨੂੰ ਯੂਜ਼ ਕਰਦੇ ਹੋਏ। ਦੇਖੋ ਇੱਥੇ ਇਹਨੇ ਇੱਕ ਪ੍ਰੋਪਰਟੀ ਦਿੱਤੀ ਸੀ, ਰੈਡ ਐਲਫਾਬੈਟਸ ਵਿੱਚ ਲਿਖਿਆ ਹੋਇਆ ਆਪੋਜ਼ਿਟ ਐਂਗਲਸ ਇਨ ਪੈਰਲੋਗ੍ਰਾਮ ਆਰ ਇਕੁਅਲ, ਐਂਡ ਇੱਕ ਹੋਰ ਪ੍ਰੋਪਰਟੀ ਹੁੰਦੀ ਹੈ ਇਹਦੀ ਐਡਜਸੈਂਟ ਐਂਗਲਸ ਇਨ ਪੈਰਲੋਗ੍ਰਾਮ ਆਰ ਸਪਲੀਮੈਂਟਰੀ। ਸਪਲੀਮੈਂਟਰੀ ਦਾ ਮਤਲਬ ਹੁੰਦਾ ਦੋ ਐਂਗਲ ਜਿਨ੍ਹਾਂ ਦਾ ਜੋੜ 180 ਡਿਗਰੀ ਹੋਵੇ। ਉਹ ਜਿਹੜੇ ਸੀ ਸ਼ੇਪ ਦੇ ਐਂਗਲ ਮੈਂ ਤੁਹਾਨੂੰ ਸਮਝਾਏ ਸੀਗੇ, ਯੂ ਸ਼ੇਪ ਦੇ ਜਾਂ ਸੀ ਸ਼ੇਪ ਦੇ, ਮਕਰਵ ਸ਼ੇਪ ਦੇ, ਸੀ ਸ਼ੇਪ ਦੇ ਮੋਸਟਲੀ। ਅਤੇ ਬੇਟਾ ਦੇਖੋ ਇਹਦੇ ਵਿੱਚ ਹੁਣ ਆਪੋਜ਼ਿਟ ਐਂਗਲਸ ਇਨ ਪੈਰਲੋਗ੍ਰਾਮ ਆਰ ਇਕੁਅਲ। ਦੇਖੋ ਏ ਦੇ ਆਪੋਜ਼ਿਟ ਏ ਵਾਲਾ ਐਂਗਲ ਮਤਲਬ ਵਾਈ ਕਿੰਨੇ ਡਿਗਰੀ ਦਾ ਆ ਗਿਆ, 145। ਇਹ ਪੈਰਲੋਗ੍ਰਾਮ ਦੀ ਪ੍ਰੋਪਰਟੀ ਹੈ, ਗੁਣ ਹੈ ਕਿ ਇਹਦੇ ਵਿੱਚ ਆਪੋਜ਼ਿਟ ਐਂਗਲ ਇਕੁਅਲ ਹੁੰਦੇ ਨੇ। ਕਲੀਅਰ ਹੋ ਗਿਆ ਬੱਚੇ। ਅਤੇ ਨੈਕਸਟ ਬੇਟਾ ਦੇਖੋ ਹੁਣ ਵਾਈ 45 ਆ ਗਿਆ ਅਤੇ ਬਾਕੀ ਐਕਸ ਅਤੇ ਜ਼ੈਡ ਵੀ ਤਾਂ ਫਾਈਂਡ ਆਊਟ ਕਰਨੇ ਅਸੀਂ। ਉਹਦੇ ਲਈ ਕਿਵੇਂ ਪਤਾ ਕਰਾਂਗੇ ਆਪਾਂ ਬੇਟਾ, ਜਿਵੇਂ ਦੇਖੋ ਇਹਦੇ ਵਿੱਚ ਕੋਈ ਵੀ ਸੀ ਸ਼ੇਪ ਜਾਂ ਯੂ ਸ਼ੇਪ ਲੈ ਲੈਂਦੇ ਹਾਂ, ਚਾਹੇ ਇੱਦਾਂ ਲੈ ਲੈਂਦੇ ਹਾਂ। ਦੇਖੋ ਮੈਨੂੰ ਇਹ ਵਾਲੀ ਲੈ ਲਈ ਬੇਟਾ ਮੈਂ, ਚਾਹੇ ਇਹ ਵਾਲੀ ਲੈ ਲਓ, ਚਾਹੇ ਇੱਧਰੋਂ ਲੈ ਲਓ, ਚਾਹੇ ਬੇਟਾ ਇਹਨੂੰ ਲੈ ਲਓ, ਜਿਵੇਂ ਵੀ ਤੁਹਾਨੂੰ ਸੌਖਾ ਲੱਗਦਾ ਉਹ ਲੈ ਲੈਣਾ। ਮੈਂ ਇੱਧਰਲੇ ਪਾਸੇ ਵਾਲਾ ਲੈ ਰਹੀ ਹਾਂ, ਦੇਖੋ ਇੱਦਾਂ ਦਾ ਲੈ ਰਹੀ ਹਾਂ ਮੈਂ ਸੀ। ਅਤੇ ਇਹਦੇ ਵਿੱਚ ਮੈਨੂੰ ਪਤਾ ਵਾਈ ਕਿੰਨਾ ਹੈ ਮੇਰੇ ਕੋਲ 145 ਡਿਗਰੀ, ਕਿਉਂਕਿ ਆਪੋਜ਼ਿਟ ਐਂਗਲਸ ਇਨ ਪੈਰਲੋਗ੍ਰਾਮ ਆਰ ਇਕੁਅਲ। ਅਤੇ ਬੇਟਾ ਦੇਖੋ ਵਾਈ ਪਲੱਸ ਐਕਸ ਇਜ਼ ਇਕੁਅਲ ਟੂ 180 ਡਿਗਰੀ, ਕਿਉਂਕਿ ਪੈਰਲੋਗ੍ਰਾਮ ਦੇ ਵਿੱਚ ਐਡਜਸੈਂਟ ਐਂਗਲਸ ਬਣ ਰਹੇ ਨੇ। ਦੇਖੋ ਬੇਟਾ ਇੱਦਾਂ ਦੇ। ਕਲੀਅਰ ਹੈ ਨਾ ਸਭ ਨੂੰ। ਅਤੇ ਵਾਈ ਦੀ ਵੈਲਿਊ 145 ਪਲੱਸ ਐਕਸ ਇਜ਼ ਇਕੁਅਲ ਟੂ 180, ਐਕਸ ਇਜ਼ ਇਕੁਅਲ ਟੂ 180 ਦੇ ਵਿੱਚੋਂ 145 ਲੈਸ ਕਰਨਾ ਹੈ, ਮਤਲਬ 180 ਦੇ ਵਿੱਚੋਂ ਪਹਿਲਾਂ 140 ਘਟਾ ਦਿਓ, ਕਿੰਨਾ ਰਹਿ ਗਿਆ 40, 40 ਦੇ ਵਿੱਚ 5 ਹੋਰ ਘਟਾ ਦਿਓ, ਕਿੰਨਾ ਆ ਗਿਆ 35। ਮਤਲਬ 180 ਦੇ ਵਿੱਚੋਂ 145 ਲੈਸ ਕੀਤੇ ਤਾਂ 35 ਡਿਗਰੀ ਆਪਣੇ ਕੋਲ ਐਕਸ ਦੀ ਵੈਲਿਊ ਆ ਜਾਏਗੀ। ਇਹਦਾ ਮਤਲਬ ਬੇਟਾ ਐਕਸ ਦੀ ਵੈਲਿਊ ਕਿੰਨੀ ਆਈ 35। ਠੀਕ ਹੈ। ਅਤੇ ਆਪੋਜ਼ਿਟ ਅਸੀਂ ਪੜ੍ਹਿਆ ਹੋਇਆ ਕਿ ਆਪੋਜ਼ਿਟ ਐਂਗਲਸ ਇਨ ਪੈਰਲੋਗ੍ਰਾਮ ਆਰ ਇਕੁਅਲ, ਮਤਲਬ ਏ ਵਾਲਾ ਐਂਗਲ ਇਹਦੇ ਇਕੁਅਲ ਹੋਏਗਾ। ਐਂਗਲ ਜ਼ੈਡ ਇਜ਼ ਇਕੁਅਲ ਟੂ ਐਂਗਲ ਐਕਸ। ਐਂਗਲ ਦਾ ਸਿੰਬਲ ਨਹੀਂ ਪਾਉਣਾ, ਤੁਸੀਂ ਸਿੰਪਲ ਲਿਖ ਦਿਓ ਚਾਹੇ, ਐਂਗਲ ਜ਼ੈਡ ਪਲੱਸ ਐਂਗਲ ਇਜ਼ ਇਕੁਅਲ ਟੂ, ਦੇਖੋ ਬੇਟਾ ਏ ਵਾਲੇ ਐਂਗਲ ਜ਼ੈਡ ਇਜ਼ ਇਕੁਅਲ ਟੂ ਐਂਗਲ ਜ਼ੈਡ ਇਜ਼ ਇਕੁਅਲ ਟੂ ਐਂਗਲ ਐਕਸ। ਐਕਸ ਹੁਣੇ ਅਸੀਂ ਕੱਢ ਕੇ ਹਟੇ ਸੀ, ਕਿੰਨਾ ਆਇਆ ਸੀ ਬੇਟਾ, ਇਹ ਕੀ ਹੈ ਆਪੋਜ਼ਿਟ ਐਂਗਲ ਸੀ ਬੇਟਾ, ਆਪੋਜ਼ਿਟ ਐਂਗਲਸ ਦਾ ਸਿੰਬਲ ਪਾਤਾ ਮੈਂ ਇੱਥੇ, ਆਪੋਜ਼ਿਟ ਐਂਗਲ ਸੀ ਜ਼ੈਡ, ਐਂਗਲ ਐਕਸ ਆਇਆ ਸੀ 35 ਡਿਗਰੀ ਦਾ। ਕਲੀਅਰ ਹੈ ਬੱਚੇ। ਨਾਓ ਯੂਅਰ ਨੈਕਸਟ ਕੁਐਸਚਨ ਇਜ਼ ਫਾਈਂਡ ਦਾ ਮੈਜਰ ਆਫ ਐਕਸ ਵਾਈ ਐਂਡ ਜ਼ੈਡ ਇਨ ਦਾ ਐਡਜੋਇਨਿੰਗ ਫਿਗਰ। ਇਹਦੇ ਵਿੱਚ ਐਕਸ ਵਾਈ ਅਤੇ ਜ਼ੈਡ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਬੇਟਾ। ਪੈਰਲੋਗ੍ਰਾਮ ਦੀ ਪ੍ਰੋਪਰਟੀਜ਼ ਨੂੰ ਯੂਜ਼ ਕਰਦੇ ਹੋਏ ਕਰ ਲਓ, ਚਾਹੇ ਪੈਰਲਲ ਲਾਈਨਸ ਅਤੇ ਟਰਾਂਸਵਰਸਲ ਲਾਈਨ ਦੀਆਂ ਪ੍ਰੋਪਰਟੀਜ਼ ਨੂੰ ਯੂਜ਼ ਕਰਦੇ ਹੋਏ ਕਰ ਲਓ ਬੇਟਾ ਚਾਹੇ। ਅਤੇ ਬੇਟਾ ਇਹਦੇ ਵਿੱਚ ਹੁਣ ਦੇਖੋ ਐਕਸ ਵਾਈ ਅਤੇ ਜ਼ੈਡ, ਅਤੇ ਬੇਟਾ ਦੇਖੋ ਇੱਧਰ ਇਹ 70 ਡਿਗਰੀ ਦਾ ਐਂਗਲ ਹੈ, ਇੱਥੇ ਬੇਟਾ ਦੇਖੋ ਇਹ 70 ਡਿਗਰੀ ਦਾ ਹੈ। ਅਤੇ ਬੇਟਾ ਇਹ ਕੀ ਬਣ ਰਹੀ ਹੈ, ਇੱਕ ਸਟਰੇਟ ਲਾਈਨ। ਦੇਖੋ ਇਹ ਪੇਅਰ ਬਣ ਗਿਆ, ਅਤੇ ਪੇਅਰ ਦੇ ਵਿੱਚ ਤੁਹਾਨੂੰ ਪਤਾ ਲੀਨੀਅਰ ਪੇਅਰ ਦੇ ਵਿੱਚ ਐਂਗਲ 180 ਡਿਗਰੀ ਦਾ ਹੁੰਦਾ ਹੈ, ਅਤੇ ਇਹ 'ਚ 70 ਹੈ ਤਾਂ ਇਹ ਕਿੰਨੇ ਡਿਗਰੀ ਦਾ ਆ ਗਿਆ 110 ਡਿਗਰੀ ਦਾ। ਕਲੀਅਰ ਹੈ ਬੇਟਾ ਤੁਹਾਨੂੰ, ਮਤਲਬ ਇਹ ਵਾਲਾ ਐਂਗਲ 110 ਡਿਗਰੀ ਦਾ ਆ ਗਿਆ। ਅਤੇ ਅਸੀਂ ਹੁਣੇ ਪੜ੍ਹ ਕੇ ਹਟੇ ਸੀ ਕਿ ਆਪੋਜ਼ਿਟ ਐਂਗਲਸ ਇਨ ਪੈਰਲੋਗ੍ਰਾਮ ਆਰ ਇਕੁਅਲ, ਇਹ ਵਾਲਾ ਐਂਗਲ ਇਹਦੇ ਬਰਾਬਰ ਆ ਜਾਏਗਾ, ਐਕਸ ਇਜ਼ ਇਕੁਅਲ ਟੂ 110 ਡਿਗਰੀ। ਪਹਿਲਾਂ ਅਸੀਂ ਲੀਨੀਅਰ ਪੇਅਰ ਦੀ ਪ੍ਰੋਪਰਟੀ ਦੇ ਨਾਲ
70 ਦੇ ਐਡਜਸੈਂਟ ਜਿਹੜਾ ਐਂਗਲ ਹੈ, ਐਡਜਸੈਂਟ ਮਤਲਬ ਨਾਲ ਲੱਗਦਾ ਐਂਗਲ ਆ, ਉਹਦੀ ਵੈਲਿਊ ਫਾਈਂਡ ਆਊਟ ਕਰ ਲਈ। ਫਿਰ ਉਹ 110 ਡਿਗਰੀ ਦਾ ਐਂਗਲ ਐਕਸ ਦੇ ਇਕੁਅਲ ਹੈ, ਕਿਉਂਕਿ ਪੈਰਲੋਗ੍ਰਾਮ ਦੇ ਵਿੱਚ ਆਪੋਜ਼ਿਟ ਐਂਗਲਸ ਇਕੁਅਲ ਹੁੰਦੇ ਨੇ। ਅਤੇ ਬੇਟਾ ਐਕਸ ਦੀ ਵੈਲਿਊ ਨਿਕਲ ਗਈ। ਹੁਣ ਬਾਕੀ ਵਾਈ ਅਤੇ ਜ਼ੈਡ ਰਹਿ ਗਏ ਸੋਲਵ ਕਰਨ ਨੂੰ, ਹੁਣ ਉਹਨਾਂ ਨੂੰ ਕਰਦੇ ਹਾਂ ਅਸੀਂ। ਅਤੇ ਇਹਨੂੰ ਕਿਹੜੀ ਪ੍ਰੋਪਰਟੀ ਦੇ ਨਾਲ ਕਰੀਏ ਹੁਣ ਬੱਚੇ? ਦੇਖੋ ਬਹੁਤ ਸਾਰੇ ਅਸੀਂ ਮੈਥਸ ਵਿੱਚ ਇੱਕੋ ਹੀ ਸਮ ਨੂੰ ਬਹੁਤ ਸਾਰੇ ਮੈਥਡਸ ਦੇ ਨਾਲ ਸੋਲਵ ਕਰ ਸਕਦੇ ਹਾਂ। ਅਤੇ ਬੇਟਾ ਦੇਖੋ ਇਹਦੇ ਵਿੱਚ ਹੁਣ ਇਹਨੂੰ ਵੀ ਇਰੇਜ਼ ਕਰ ਦਿੰਦੇ ਹਾਂ। ਅਤੇ ਬੇਟਾ ਦੇਖੋ ਇਹ ਸੀ ਸ਼ੇਪ ਦੇ ਐਂਗਲ ਬਣ ਕੇ ਐਡਜਸੈਂਟ ਐਂਗਲਸ ਨੇ, ਪੈਰਲੋਗ੍ਰਾਮ ਆਰ ਇਕੁਅਲ ਨਹੀਂ, ਨੋ ਇਕੁਅਲ ਨਹੀਂ, ਸਪਲੀਮੈਂਟਰੀ ਐਡਜਸੈਂਟ ਐਂਗਲਸ ਨੇ, ਪੈਰਲੋਗ੍ਰਾਮ ਆਰ ਸਪਲੀਮੈਂਟਰੀ। ਮਤਲਬ ਐਂਗਲ ਐਕਸ ਪਲਸ ਐਂਗਲ 40 ਪਲਸ ਜ਼ੈਡ ਇਜ਼ ਇਕੁਅਲ ਟੂ 180 ਡਿਗਰੀ। ਅਤੇ ਐਂਗਲ ਐਕਸ ਆਪਣੇ ਕੋਲ ਆਇਆ ਸੀ 110 ਦਾ, ਇਹ 40 ਹੈ। ਇਹਦਾ ਜ਼ੈਡ ਦੀ ਵੈਲਿਊ ਆ ਜਾਏਗੀ ਬੇਟਾ ਆਪਣੇ ਕੋਲ ਇੱਥੇ 180 ਹੈ। ਅਤੇ ਬੇਟਾ ਦੇਖੋ ਇਹ 150 ਪਲਸ ਜ਼ੈਡ ਇਜ਼ ਇਕੁਅਲ ਟੂ 180। ਅਤੇ ਬੇਟਾ ਦੇਖੋ ਇਹ ਕਿੰਨਾ ਆ ਜਾਏਗਾ ਹੁਣ? ਜ਼ੈਡ ਇਜ਼ ਇਕੁਅਲ ਟੂ 180 ਮਾਈਨਸ 150 ਇਜ਼ ਇਕੁਅਲ ਟੂ 30 ਡਿਗਰੀ ਦਾ। ਜ਼ੈਡ ਆ ਗਿਆ 30 ਡਿਗਰੀ ਦਾ। ਕਲੀਅਰ ਹੈ ਬੱਚੇ? ਕਲੀਅਰ ਹੈ ਨਾ ਬੇਟਾ? ਹੁਣ ਜ਼ੈਡ ਆ ਗਿਆ 30 ਡਿਗਰੀ ਦਾ, ਇਹ 30 ਡਿਗਰੀ ਦਾ ਆ ਗਿਆ, ਇਹ 110 ਡਿਗਰੀ ਦਾ ਆਇਆ ਕਿਉਂਕਿ ਇੱਥੇ 110 ਦਾ ਬਣਦਾ ਸੀ। ਅਤੇ ਬੇਟਾ ਹੁਣ ਦੇਖੋ ਇੱਧਰ ਨੂੰ, ਇਹ ਵਾਲੇ ਕੁਐਸਚਨ ਨੂੰ ਵੀ ਹੁਣ ਅਸੀਂ ਆਪੋਜ਼ਿਟ ਐਂਗਲਸ ਨੇ, ਪੈਰਲੋਗ੍ਰਾਮ ਆਰ ਇਕੁਅਲ, ਜਾਂ ਫਿਰ ਦੇਖੋ ਬੇਟਾ ਦੇਖੋ ਇਹ ਇਹਦੇ ਪੈਰਲਲ ਹੈ ਅਤੇ ਇਹ ਟਰਾਂਸਵਰਸਲ ਹੈ, ਇਹਦੇ ਪੈਰਲਲ ਅਤੇ ਟਰਾਂਸਵਰਸਲ ਹੈ। ਅਸੀਂ ਪੜ੍ਹਿਆ ਹੋਇਆ ਕਿ ਜ਼ੈਡ ਸ਼ੇਪ ਦੇ ਐਂਗਲ ਇਕੁਅਲ ਹੁੰਦੇ ਨੇ, ਜ਼ੈਡ ਸ਼ੇਪ ਦੇ ਐਂਗਲ ਇਕੁਅਲ ਹੁੰਦੇ ਨੇ ਬੇਟਾ। ਇਹ 40 ਹੈ ਅਤੇ ਇੱਧਰ ਵੀ 40 ਡਿਗਰੀ ਦਾ ਆ ਜਾਏਗਾ ਅਲਟਰਨੇਟ ਇੰਟੀਰੀਅਰ ਐਂਗਲ ਵਾਈ ਇਜ਼ ਇਕੁਅਲ ਟੂ 40। ਕਿਹੜਾ ਬੇਟਾ ਬਣ ਗਿਆ? ਅਲਟਰਨੇਟ ਇੰਟੀਰੀਅਰ ਐਂਗਲਸ ਵਾਲੀ ਪ੍ਰੋਪਰਟੀ ਦੇ ਨਾਲ। ਬੇਟਾ ਇਹੀ ਕੁਐਸਚਨ ਨੂੰ ਤੁਸੀਂ ਅਲੱਗ ਅਲੱਗ ਹੋਰ ਮੈਥਡਸ ਦੇ ਨਾਲ ਵੀ ਸੋਲਵ ਕਰ ਸਕਦੇ ਹੋ, ਅਤੇ ਤੁਸੀਂ ਖੁਦ ਟਰਾਈ ਕਰਨਾ ਬੇਟਾ। ਆਈ ਹੋਪ ਤੁਹਾਨੂੰ ਸਾਰੀ ਸ਼ੀਟ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ ਬੇਟਾ। ਇਹਨੂੰ ਕਰੋ ਸੋਲਵ, ਹੋਰ ਰਿਵੀਜ਼ਨ ਕਰੋ, ਚੈਪਟਰ ਦੇ ਵਿੱਚੋਂ ਕੁਐਸਚਨ ਸੋਲਵ ਕਰੋ। ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ ਬੇਟਾ। ਓਕੇ ਬੇਟਾ, ਹੈਵ ਅ ਨਾਈਸ ਡੇ ਬੱਚੇ।